ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਮੈਂ ਅਧਿਆਪਕ ਹਰਵਿੰਦਰ ਸਿੰਘ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਅੱਜ ਅਸੀਂ ਕਰਾਂਗੇ 8ਵੀਂ ਜਮਾਤ ਦੀ ਪੰਜਾਬੀ ਪੁਸਤਕ ਵਿੱਚੋਂ ਪਾਠ ਗੋਦੜੀ ਦਾ ਲਾਲ ਜੋਗਰਾਜ। ਇਹ ਪਾਠ ਇੱਕ ਜੀਵਨੀ ਹੈ ਜਿਸ ਦੇ ਲੇਖਕ ਹਨ ਅਮਰੀਕ ਸਿੰਘ ਦਿਆਲ ਜੀ। ਇਸ ਪਾਠ ਵਿੱਚ ਅਸੀਂ ਇਹ ਦੇਖਾਂਗੇ ਕਿ ਕਿਸ ਤਰ੍ਹਾਂ ਸ਼੍ਰੀ ਯੋਗਰਾਜ ਜੀ ਨੇ ਗਰੀਬੀ, ਮੁਸ਼ਕਲਾਂ ਅਤੇ ਸਰੀਰਕ ਅਪੰਗਤਾ ਦਾ ਸਾਹਮਣਾ ਕਰਕੇ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੂਰੇ ਦੇਸ਼ ਵਿੱਚ ਚੰਗਾ ਮੁਕਾਮ ਹਾਸਲ ਕੀਤਾ। ਆਓ ਇਸ ਪਾਠ ਨੂੰ ਪੜ੍ਹ ਕੇ ਅਸੀਂ ਵੀ ਸ਼੍ਰੀ ਯੋਗਰਾਜ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹਾਂ। ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ 10 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਪਿਛੜੇ ਇਲਾਕੇ ਬੀਦ ਦਾ ਇੱਕ ਛੋਟਾ ਜਿਹਾ ਪਿੰਡ ਹੈ ਮਹਿਰਾ। 4 ਦਹਾਕੇ ਪਹਿਲਾਂ ਇਸ ਪਿੰਡ ਵਿੱਚ ਗੁਰਬਤ ਦੀ ਮਾਰ ਚੱਲ ਰਿਹਾ ਇੱਕ ਬਾਲਕ ਹਾਲੇ 5 ਸਾਲ ਦਾ ਸੀ। 4 ਦਹਾਕੇ ਦਾ ਅਰਥ ਹੁੰਦਾ ਬੱਚੇ 40 ਸਾਲ ਤੇ ਗੁਰਬਤ ਦਾ ਅਰਥ ਹੁੰਦਾ ਗਰੀਬੀ। ਸੂਰਜ ਛਿਪਣ ਤੋਂ ਬਾਅਦ ਹਨੇਰਾ ਹੋ ਰਿਹਾ ਸੀ। ਉਹ ਘਰ ਵਿੱਚ ਮਿੱਟੀ ਦੇ ਤੇਲ ਦਾ ਦੀਵਾ ਬਾਲ ਕੇ ਦੀਵਟ ਤੇ ਟਿਕਾ ਰਿਹਾ ਸੀ। ਸਿਰ ਅਤੇ ਮੂੰਹ ਉੱਤੇ ਬੰਨਿਆ ਮਫਲਰ ਦੀਵੇ ਦੀ ਲਾਟ ਨਾਲ ਲੱਗ ਕੇ ਮੱਚ ਉੱਠਿਆ, ਯਾਨੀ ਕਿ ਜਦੋਂ ਦੀਵਾ ਚਲਾ ਰਹੇ ਸੀ ਤੇ ਸਿਰ ਅਤੇ ਮੂੰਹ ਉੱਤੇ ਮਫਲਰ ਬੰਨਿਆ ਹੋਇਆ ਸੀਗਾ ਜਿਸ ਵਿੱਚ ਅੱਗ ਲੱਗ ਗਈ। ਇਸ ਬਾਲਕ ਦਾ ਮੂੰਹ ਅਤੇ ਸਿਰ ਅੱਗ ਦੀ ਲਪੇਟ ਵਿੱਚ ਆ ਗਏ। ਹਸਪਤਾਲ ਪਹੁੰਚਣ ਤੱਕ 40% ਚਿਹਰਾ ਅਤੇ ਸਿਰ ਦੇ ਵਾਲ ਜਲ ਚੁੱਕੇ ਸਨ। ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋ ਗਈ। ਇਹ ਬਾਲਕ ਯੋਗਰਾਜ ਸੀ ਜਿਸ ਨੇ ਗਰੀਬੀ ਭਰੇ ਜੀਵਨ ਵਿੱਚ ਪਹਾੜ ਜਿੱਡੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵਕਾਰੀ ਪ੍ਰੀਖਿਆ ਪਾਸ ਕਰਕੇ ਆਪਣੀ ਮਿਥੀ ਹੋਈ ਮੰਜ਼ਿਲ ਸਰ ਕੀਤੀ ਹੈ। ਇਸ ਦਾ ਅਰਥ ਹੈ ਕਿ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਕੇ UPSC ਦੀ ਪ੍ਰੀਖਿਆ ਪਾਸ ਕਰਕੇ ਆਪਣੀ ਮਿਥੀ ਹੋਈ ਯਾਨੀ ਕਿ ਆਪਣੀ ਨਿਸ਼ਚਿਤ ਕੀਤੀ ਹੋਈ ਆਪਣੀ ਤੈਅ ਕੀਤੀ ਹੋਈ ਮੰਜ਼ਿਲ ਸਰ ਦਾ ਅਰਥ ਹੁੰਦਾ ਪ੍ਰਾਪਤ ਕੀਤੀ ਹੈ। ਯੋਗਰਾਜ ਦਾ ਜਨਮ 15 ਮਈ 1970 ਨੂੰ ਪਿਤਾ ਸਰਵਣ ਰਾਮ ਦੇ ਘਰ ਮਾਤਾ ਸ਼੍ਰੀਮਤੀ ਜੀਤੋ ਦੀ ਕੁੱਖੋਂ ਹੋਇਆ। ਮੁੱਢਲੀ ਸਿੱਖਿਆ ਪ੍ਰਾਪਤ ਕਰਨ ਲਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਇਆ। ਇਸ ਸਕੂਲ ਵਿੱਚ ਮਾਸਟਰ ਜੋਗਿੰਦਰ ਸਿੰਘ ਨੇ ਉਂਗਲੀ ਫੜ ਕੇ ਉਸ ਨੂੰ ਮੰਜ਼ਿਲ ਵੱਲ ਤੋਰਿਆ। ਉਹਨਾਂ ਯੋਗਰਾਜ ਦੀ ਲਿਖਾਈ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਪਹਾੜਿਆਂ ਅਤੇ ਗਣਿਤ ਵਿਸ਼ੇ ਉੱਤੇ ਉਸ ਨੂੰ ਨਿਪੁੰਨ ਬਣਾਇਆ। 5ਵੀਂ ਜਮਾਤ ਪਾਸ ਕਰਨ ਉਪਰੰਤ ਸਰਕਾਰੀ ਮਿਡਲ ਸਕੂਲ ਪੰਡੋਰੀ ਬੀਤ ਵਿਖੇ ਦਾਖਲਾ ਲਿਆ। ਬਾਕੀ ਪਾਠੀਆਂ ਨਾਲੋਂ ਕੱਦ ਮਦਰਾ ਦਾ ਅਰਥ ਹੁੰਦਾ ਛੋਟਾ ਅਤੇ ਜੁੱਸਾ ਦਾ ਅਰਥ ਹੁੰਦਾ ਸਰੀਰ ਕਮਜ਼ੋਰ ਸੀ। ਸਵੇਰ ਦੀ ਸਭਾ ਮੌਕੇ ਮੁਲਰੀਆਂ ਕਤਾਰਾਂ ਵਿੱਚ ਖੜਨਾ ਪੈਂਦਾ ਸੀ। ਸਕੂਲ ਦੇ ਬੱਚੇ ਵੱਖ-ਵੱਖ ਨਾਮ ਲੈ ਕੇ ਚੜਾਉਂਦੇ ਸਨ ਪਰ ਯੋਗਰਾਜ ਆਪਣੀ ਧੁਨ ਵਿੱਚ ਮਗਨ ਰਹਿੰਦਾ, ਯਾਨੀ ਕਿ ਆਪਣੇ ਆਪ ਵਿੱਚ ਉਹ ਮਸਤ ਰਹਿੰਦੇ। ਨਜ਼ਰ ਘੱਟ ਹੋਣ ਕਾਰਨ ਬਲੈਕ ਬੋਰਡ ਤੇ ਲਿਖਿਆ ਸਾਫ਼ ਦਿਖਾਈ ਨਹੀਂ ਸੀ ਦਿੰਦਾ। ਇਸ ਸਮੱਸਿਆ ਨੂੰ ਕਿਸੇ ਨੇ ਨਹੀਂ ਗੌਲਿਆ, ਯਾਨੀ ਕਿ ਧਿਆਨ ਨਹੀਂ ਦਿੱਤਾ। ਆਪਣੇ ਨਾਲ ਵਾਲੇ ਤੱਪੜ ਉੱਤੇ ਬੈਠਦੇ ਸਾਥੀਆਂ ਦੀਆਂ ਕਾਪੀਆਂ ਤੋਂ ਉਤਾਰਾ ਕਰਕੇ ਉਹ ਲਿਖ ਲੈਂਦਾ। ਕਿਉਂਕਿ ਬਲੈਕ ਬੋਰਡ ਤੋਂ ਲਿਖਿਆ ਉਹਨਾਂ ਨੂੰ ਦਿਖਾਈ ਨਹੀਂ ਸੀ ਦਿੰਦਾ, ਇਸ ਕਰਕੇ ਉਹ ਆਪਣੀ ਸਾਥੀਆਂ ਦੀ ਕਾਪੀਆਂ ਤੋਂ ਲਿਖ ਕੇ ਕੰਮ ਨੂੰ ਪੂਰਾ ਕਰਦੇ ਸਨ। ਘਰ ਦੀ ਗਰੀਬੀ ਕਾਰਨ ਯੋਗਰਾਜ ਕਿਤਾਬਾਂ ਵੀ ਨਹੀਂ ਸੀ ਖਰੀਦ ਸਕਦਾ। ਸਰਦੇ ਪੁੱਜਦੇ ਘਰਾਂ ਦੇ ਮੁੰਡੇ ਕਿਤਾਬਾਂ ਤਾਂ ਦਿੰਦੇ ਪਰ ਬਦਲੇ ਵਿੱਚ ਸਕੂਲ ਤੋਂ ਘਰ ਲਈ ਮਿਲਿਆ ਉਹਨਾਂ ਦਾ ਸਾਰਾ ਕੰਮ ਯੋਗਰਾਜ ਨੂੰ ਹੀ ਕਰਨਾ ਪੈਂਦਾ, ਯਾਨੀ ਕਿ ਦੂਜੇ ਬੱਚੇ ਕਿਤਾਬਾਂ ਤੇ ਦੇ ਦਿੰਦੇ ਪਰ ਉਹਦੇ ਬਦਲੇ ਯੋਗਰਾਜ ਤੋਂ ਆਪਣਾ ਹੋਮਵਰਕ ਵੀ ਕਰਾਉਂਦੇ। ਸਾਰੇ ਵਿਸ਼ਿਆਂ ਦਾ ਦੁੱਗਣਾ ਕੰਮ ਕਰਨਾ ਯੋਗਰਾਜ ਨੂੰ ਬੜਾ ਰਾਸ ਆਇਆ, ਯਾਨੀ ਕਿ ਉਹਨਾਂ ਦਾ ਬਹੁਤ ਫਾਇਦਾ ਹੋਇਆ। ਹਰ ਕੰਮ ਨੂੰ 2-2 ਵਾਰੀ ਲਿਖਣਾ, ਨਾਲੋਂ ਨਾਲ ਦੁਹਰਾਈ ਹੁੰਦੀ ਗਈ, ਯਾਨੀ ਕਿ ਰਿਵੀਜ਼ਨ ਵੀ ਹੁੰਦੀ ਗਈ। ਇਸੇ ਸਕੂਲ ਤੋਂ ਅਪਗ੍ਰੇਡ ਹੋਣ ਉਪਰੰਤ 10ਵੀਂ ਜਮਾਤ 1986 ਵਿੱਚ ਪਾਸ ਕੀਤੀ। ਸਕੂਲ ਦੇ ਹੈੱਡਮਾਸਟਰ ਸ਼੍ਰੀ ਜੋਗਿੰਦਰ ਸਿੰਘ ਜੀ ਉਸ ਵੇਲੇ ਅੰਗਰੇਜ਼ੀ ਪੜ੍ਹਾਉਂਦੇ ਸਨ। ਯੋਗਰਾਜ ਮੰਨਦਾ ਹੈ ਕਿ ਅੰਗਰੇਜ਼ੀ ਵਿਸ਼ੇ ਵਿੱਚ ਪਰਿਪੱਕਤਾ ਉਹਨਾਂ ਨੂੰ ਹੈੱਡਮਾਸਟਰ ਜੋਗਿੰਦਰ ਸਿੰਘ ਕਰਕੇ ਹੀ ਆਈ। 10ਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਯੋਗਰਾਜ ਦਾ 2 ਕੱਚੇ ਕੋਠਿਆਂ ਵਾਲਾ ਘਰ ਹੋਇਆ ਕਰਦਾ ਸੀ।
ਮੰਜੀ ਦੇ ਪਾਵੇ ਉੱਤੇ ਧਰਿਆ ਮਿੱਟੀ ਦੇ ਤੇਲ ਵਾਲਾ ਦੀਵਾ ਸਾਰੀ ਰਾਤ ਜਗਦਾ ਰਹਿੰਦਾ। ਇੱਕ ਦਿਨ ਅੱਧੀ ਰਾਤ ਵੇਲੇ ਪੜ੍ਹਦੇ ਪੜ੍ਹਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ। ਮੰਜੀ ਤੇ ਪਈਆਂ ਕਿਤਾਬਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਕਿਸੇ ਨੇਕ ਦਿਲ ਅਧਿਆਪਕ ਨੇ ਦੁਬਾਰਾ ਖਰੀਦ ਕੇ ਦਿੱਤੀਆਂ। ਪਹਿਲਾਂ ਵੀ ਬਚਪਨ ਵਿੱਚ ਇੱਕ ਵਾਰੀ ਅੱਗ ਲੱਗ ਗਈ ਸੀ ਤੇ ਇੱਕ ਵਾਰੀ ਪੜ੍ਹਦੇ ਪੜ੍ਹਦੇ ਕਿਤਾਬਾਂ ਨੂੰ ਵੀ ਅੱਗ ਲੱਗ ਗਈ। 1986 ਵਿੱਚ 10ਵੀਂ ਦੀ ਪੜ੍ਹਾਈ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਸੀ, ਯਾਨੀ ਕਿ ਬਹੁਤ ਗਰੀਬੀ ਆ ਚੁੱਕੀ ਸੀ। ਅਗਾਂਹ ਪੜ੍ਹਨ ਦੀ ਇੱਛਾ ਸੀ, ਪਰ ਗੜ੍ਹਸ਼ੰਕਰ ਦੇ ਨੇੜੇ ਇਲਾਕੇ ਵਿੱਚ ਕੋਈ ਵੀ ਹਾਇਰ ਸੈਕੰਡਰੀ ਸਕੂਲ ਨਹੀਂ ਸੀ। ਅਗਲੇਰੀ ਪੜ੍ਹਾਈ ਦਾ ਕੋਈ ਹੀਲਾ ਵਸੀਲਾ ਨਾ ਬਣ ਸਕੇ, ਯਾਨੀ ਕਿ ਕੋਈ ਤਰੀਕਾ ਨਾ ਨਿਕਲਿਆ। ਇਸ ਤੋਂ ਬਾਅਦ ਯੋਗਰਾਜ ਦੀ ਜ਼ਿੰਦਗੀ ਦਾ ਲੰਬਾ ਸੰਘਰਸ਼ ਸ਼ੁਰੂ ਹੋਇਆ। 1986 ਵਿੱਚ ਫਗਵਾੜਾ ਨੇੜੇ ਜਗਤਪੁਰ ਜੱਟਾਂ ਦੀ ਦਾਣਾ ਮੰਡੀ ਵਿੱਚ ਮਜ਼ਦੂਰੀ ਦਾ ਕੰਮ ਸ਼ੁਰੂ ਕੀਤਾ, ਯਾਨੀ ਕਿ ਲੇਬਰ ਦਾ ਕੰਮ ਕੀਤਾ। ਇਸ ਮੰਡੀ ਵਿੱਚ ਕਣਕ ਅਤੇ ਝੋਨੇ ਦੀ ਛੜਾਈ ਅਤੇ ਭਰਾਈ ਦਾ ਮੌਸਮੀ ਕੰਮ ਹੁੰਦਾ ਸੀ। ਗੱਭਰੂ ਹੋਣ ਕਰਕੇ ਮਜ਼ਦੂਰੀ ਚੰਗੀ ਮਿਲ ਰਹੀ ਸੀ, ਯਾਨੀ ਕਿ ਉਹ ਜਵਾਨ ਸੀਗੇ, ਇਸ ਕਰਕੇ ਉਹਨਾਂ ਨੂੰ ਚੰਗੀ ਮਜ਼ਦੂਰੀ ਮਿਲ ਰਹੀ ਸੀ। ਇਸ ਤੋਂ ਬਾਅਦ 3 ਮਹੀਨੇ ਸ਼ੈਲਰਾਂ ਵਿੱਚ ਕੰਮ ਮਿਲ ਜਾਂਦਾ ਸੀ। ਸ਼ੈਲਰ ਉਹ ਹੁੰਦਾ ਜਿੱਧਰ ਚਾਵਲਾਂ ਦੀ ਫਸਲ ਤੋਂ ਨਾ ਛਿਲਕਾ ਉਤਾਰਿਆ ਜਾਂਦਾ। ਇਹ ਕੰਮ ਉਹ ਲਗਾਤਾਰ 10 ਸਾਲ ਤੱਕ ਕਰਦਾ ਰਿਹਾ, ਯਾਨੀ ਕਿ 10 ਸਾਲ ਤੱਕ ਉਹ ਮਜ਼ਦੂਰੀ ਕਰਦੇ ਰਹੇ। ਇਸ ਤੋਂ ਇਲਾਵਾ ਨੇੜਲੀਆਂ ਖੱਡਾਂ ਤੋਂ ਪੱਥਰ ਇਕੱਠੇ ਕਰਕੇ ਅਤੇ ਰੋੜੀ ਕੁੱਟ ਕੇ ਟਰੱਕ ਭਰਨ ਦਾ ਕੰਮ ਕੀਤਾ। ਜਦੋਂ ਇਹ ਕੰਮ ਰੁਕ ਜਾਂਦੇ ਤਾਂ ਯੋਗ ਕਿਤੇ ਨਾ ਕਿਤੇ ਰਾਜ ਠੇਕੇ ਤੇ ਮਜ਼ਦੂਰੀ ਦਾ ਕੰਮ ਲੈ ਲੈਂਦਾ, ਯਾਨੀ ਕਿ ਜਿੱਧਰ ਮਕਾਨ ਜਾਂ ਕਿਸੇ ਉਸਾਰੀ ਦਾ ਕੰਮ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ, ਉਧਰ ਮਜ਼ਦੂਰੀ ਯਾਨੀ ਕਿ ਲੇਬਰ ਦਾ ਕੰਮ ਲੈ ਲੈਂਦੇ, ਜਿਸ ਨਾਲ 15 ਰੁਪਏ ਦਿਹਾੜੀ ਬਣ ਜਾਂਦੀ, ਯਾਨੀ ਕਿ ਦਿਨ ਦੇ 15 ਰੁਪਏ ਮਿਲ ਜਾਂਦੇ। ਮਨ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਪੜ੍ਹਾਈ ਕਰਕੇ ਕੁਝ ਬਣਨ ਦੀ ਇੱਛਾ ਮੌਜੂਦ ਰਹੀ। 1988 ਵਿੱਚ ਪ੍ਰਾਈਵੇਟ ਤੌਰ ਤੇ 11ਵੀਂ ਜਮਾਤ ਦਾ ਦਾਖਲਾ ਭਰਿਆ। ਜਦੋਂ ਨਤੀਜਾ ਆਇਆ ਤਾਂ ਇੱਕ ਵਿਸ਼ੇ ਦੀ ਕੰਪਾਰਟਮੈਂਟ ਸੀ। ਅਗਲੇ ਸਾਲ 1990 ਵਿੱਚ 12ਵੀਂ ਜਮਾਤ ਪ੍ਰਾਈਵੇਟ ਤੌਰ ਤੇ ਪਾਸ ਤਾਂ ਕਰ ਲਈ, ਪਰ 11ਵੀਂ ਪਾਸ ਨਾ ਹੋਣ ਕਾਰਨ ਪਿਛਲੀ ਜਮਾਤ ਵਿੱਚ ਵਾਪਸ ਆਉਣਾ ਪਿਆ। 1991 ਵਿੱਚ ਦੁਬਾਰਾ 50% ਅੰਕਾਂ ਨਾਲ 11ਵੀਂ ਪਾਸ ਕੀਤੀ ਤੇ ਅਗਲੇ ਸਾਲ 12ਵੀਂ। 1993 ਵਿੱਚ ITI ਨੰਗਲ ਤੋਂ ਡਰਾਫਟਸਮੈਨ ਸਿਵਲ ਦਾ ਡਿਪਲੋਮਾ ਕੀਤਾ। ਪਿੰਡ ਤੋਂ 25 ਕਿਲੋਮੀਟਰ ਦੂਰ ਸਾਈਕਲ ਤੇ ਪੈਂਡਾ ਕਰਦਾ ਰਿਹਾ, ਯਾਨੀ ਕਿ ਸਾਈਕਲ ਤੇ ਜਾਂਦੇ ਸੀਗੇ 25 ਕਿਲੋਮੀਟਰ ਤੱਕ। 1993 ਵਿੱਚ ਬੀਤ ਇਲਾਕੇ ਵਿੱਚ ਡੂੰਘੇ ਟਿਊਬਵੈੱਲ ਲੱਗਣੇ ਸ਼ੁਰੂ ਹੋ ਗਏ। ਪਾਈਪਲਾਈਨ ਵਿਛਾਉਣ ਲਈ ਡੂੰਘੀਆਂ ਖਾਈਆਂ ਪੁੱਟਣ ਦਾ ਕੰਮ ਵੀ ਕੀਤਾ। ਬਰਸਾਤ ਦੇ ਦਿਨਾਂ ਵਿੱਚ ਜਦੋਂ ਬਾਕੀ ਕੰਮ ਰੁਕ ਜਾਂਦੇ ਤਾਂ ਜੰਗਲ ਵਿੱਚ ਬੂਟੇ ਲਾਉਣ ਲਈ ਟੋਏ ਪੁੱਟਣ ਦਾ ਕੰਮ ਸ਼ੁਰੂ ਕਰ ਦਿੰਦਾ। ਪੇਪਰਾਂ ਦੇ ਦਿਨਾਂ ਤੋਂ ਇਲਾਵਾ ਰਾਜਾ ਸਾਂਸੀ ਹਵਾਈ ਅੱਡੇ ਨੇੜੇ ਮੀਰਾਕੋਟ ਵਿਖੇ ਸ਼ੈਲਰ ਵਿੱਚ ਕਈ ਵਰ੍ਹੇ ਮਜ਼ਦੂਰੀ ਕਰਨ ਜਾਂਦਾ ਰਿਹਾ। ਰਾਜ ਮਿਸਤਰੀਆਂ ਨਾਲ ਮਜ਼ਦੂਰੀ ਕਰਨ ਦੀ ਗੱਲ ਯੋਗਰਾਜ ਬੜੇ ਮਾਣ ਨਾਲ ਦੱਸਦਾ ਹੈ। 1993 ਦੇ ਅਖੀਰ ਵਿੱਚ BA ਦੂਜੇ ਸਾਲ ਦੀ ਪ੍ਰੀਖਿਆ ਲਈ ਦਾਖਲਾ ਭਰਿਆ ਹੋਇਆ ਸੀ। ਦਿੱਲੀ ਦੀ ਟਰਾਂਸਪੋਰਟ ਕੰਪਨੀ ਵਿੱਚ ਪੱਲੇਦਾਰੀ ਕਰਨ ਲਈ ਗਿਆ। ਤੇ ਟਰਾਂਸਪੋਰਟ ਕੰਪਨੀ ਵਿੱਚ ਪੱਲੇਦਾਰ ਹੁੰਦੇ ਜਿਹੜੇ ਟਰੱਕਾਂ ਤੋਂ ਆਇਆ ਸਮਾਨ ਨੂੰ ਉਤਾਰ ਕੇ ਥੱਲੇ ਰੱਖਦੇ ਆ, ਜਾਂ ਜੋ ਸਮਾਨ ਜਾਣਾ ਹੁੰਦਾ ਉਹਨਾਂ ਨੂੰ ਟਰੱਕਾਂ ਵਿੱਚ ਵਾਪਸ ਰੱਖਦੇ ਨੇ। ਪ੍ਰੀਖਿਆ ਦੀ ਤਿਆਰੀ ਕਰਨ ਲਈ ਨਾਲ ਕਿਤਾਬਾਂ ਵੀ ਝੋਲੇ ਵਿੱਚ ਪਾ ਲਈਆਂ। ਰਾਤ ਕੰਮ ਖਤਮ ਕਰਕੇ ਜਦੋਂ ਯੋਗਰਾਜ ਪੜ੍ਹਨ ਬੈਠਦਾ ਤਾਂ ਉਹਦੇ ਨਾਲ ਵਾਲੇ ਸਾਥੀ ਖਿੱਚ ਕੇ ਆਖਦੇ, ਲਾਈਟ ਬੁਝਾ ਦੇ ਯਾਰ, ਤੂੰ ਕਿਹੜਾ ਪੜ੍ਹ ਕੇ DC ਲੱਗਣਾ ਹੈ। ਤੇ ਰਾਤ ਦੇ ਸਮੇਂ ਜਦੋਂ ਪੜ੍ਹਾਈ ਕਰ ਰਹੇ ਹੁੰਦੇ ਸੀਗੇ ਤਾਂ ਲੋਕੀ ਕਹਿੰਦੇ ਸੀ ਕਿ ਲਾਈਟ ਬੁਝਾ ਦਿਓ, ਤੂੰ ਕਿਹੜਾ ਪੜ੍ਹ ਕੇ DC ਲੱਗਣਾ। ਪਰ ਕਿਸੇ ਨੂੰ ਕੀ ਪਤਾ ਸੀ ਕਿ ਯੋਗਰਾਜ ਜੀ ਇੱਕ ਦਿਨ ਚੰਗਾ ਮੁਕਾਮ ਹਾਸਲ ਕਰਨਗੇ। ਹਿਮਾਚਲ ਪ੍ਰਦੇਸ਼ ਦੇ ਕਸਬਾ ਸੰਤੋਖਗੜ੍ਹ ਨੇੜੇ ਸਵਾਨ ਨਦੀ ਦੇ ਚੈਨਲਾਈਜੇਸ਼ਨ ਯਾਨੀ ਕਿ ਰਾਹ ਬਣਾਉਣ ਵੇਲੇ ਮਜ਼ਦੂਰੀ ਕਰਦਿਆਂ ਬੰਨ ਲਾਉਣ ਲਈ ਜਦੋਂ ਦਰਿਆ ਵਿੱਚ ਪੱਥਰ ਚੁੱਕਦੇ ਤਾਂ ਸੱਪਾਂ ਦੀਆਂ ਸਿਰਿਆਂ ਹੱਥਾਂ ਵਿੱਚ ਆ ਜਾਂਦੀਆਂ। ਰਾਤ ਸਮੇਂ ਨੇੜਲੀ ਸਰਾਂ ਵਿੱਚ ਵਿਛੀਆਂ ਦਰੀਆਂ ਦੇ ਉੱਤੇ ਉਹ ਰਾਤ ਕੱਟਦੇ। ਇਹ ਗੱਲਾਂ 1995 ਦੀਆਂ ਹਨ। ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਯੋਗਰਾਜ ਦੁਆਰਾ ਰੂੜੀਆਂ ਦੇ ਢੇਰ ਭਰ ਕੇ ਖੇਤਾਂ ਵਿੱਚ ਸੁੱਟਣ ਦਾ ਠੇਕਾ
ਠੇਕਾ ਲੈਣ ਦਾ ਸਿਲਸਿਲਾ ਵੀ ਸਾਲਾਂ ਬੱਧੀ ਚੱਲਦਾ ਰਿਹਾ, ਯਾਨੀ ਕਿ ਕਈ ਸਾਲ ਤੱਕ ਲਗਾਤਾਰ ਚੱਲਦਾ ਰਿਹਾ। 1996 ਵਿੱਚ ਪ੍ਰਾਈਵੇਟ ਤੌਰ ਤੇ BA ਮੁਕੰਮਲ ਕੀਤੀ। ਆਰਥਿਕਤਾ ਦੀ ਨੰਗੀ ਤਲਵਾਰ ਸਿਰ ਤੇ ਲਟਕ ਰਹੀ ਸੀ। ਜ਼ਮੀਨ ਗਹਿਣੇ ਰੱਖ ਕੇ, ਯਾਨੀ ਕਿ ਗਿਰਵੀ ਰੱਖ ਕੇ 1999 ਵਿੱਚ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ B.Ed ਦੀ ਪੜ੍ਹਾਈ ਕੀਤੀ। B.Ed ਕਰਕੇ ਜਦੋਂ ਨਿੱਜੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਤਾਂ 800 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ, ਪਰ ਮਜ਼ਦੂਰੀ ਕਰਕੇ ਉਦੋਂ 2500 ਤੋਂ 3000 ਰੁਪਏ ਕਮਾ ਲੈਂਦਾ ਸੀ। ਯਾਨੀ ਕਿ ਪ੍ਰਾਈਵੇਟ ਸਕੂਲ ਦੀ ਟੀਚਰ ਦੀ ਤਨਖਾਹ ਮਜ਼ਦੂਰੀ ਕਰਨ ਵਾਲੇ ਦੀ ਤਨਖਾਹ ਤੋਂ ਵੀ ਕਾਫੀ ਘੱਟ ਸੀ। ਜੁਲਾਈ ਸਨ 2000 ਵਿੱਚ ਉਹ ਸ਼ਨੀਚਰਵਾਰ ਤੇ ਐਤਵਾਰ ਦੀ ਦਿਹਾੜੀ ਲਾਉਣ ਕਾਰਨ 2 ਦਿਨ ਦੀ ਅਖਬਾਰ ਨਾ ਪੜ੍ਹ ਸਕਿਆ। ਅਜਿਹਾ ਹੋਣ ਕਾਰਨ ਲੈਕਚਰਾਰ ਦੀਆਂ ਅਸਾਮੀਆਂ ਲਈ ਅਰਜ਼ੀ ਫਾਰਮ ਨਾ ਭਰ ਸਕਣ ਕਰਕੇ ਉਸ ਤੋਂ ਘੱਟ ਅੰਕਾਂ ਵਾਲੇ ਉਮੀਦਵਾਰ ਲੈਕਚਰਾਰ ਨਿਯੁਕਤ ਹੋ ਗਏ। 4 ਜਨਵਰੀ 2001 ਨੂੰ ਉਹ ਸਰਕਾਰੀ ਮਿਡਲ ਸਕੂਲ ਕੁਨੈਲ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਭਾਵੇਂ ਪੱਕੇ ਤੌਰ ਤੇ ਸਮਾਜਿਕ ਸਿੱਖਿਆ ਅਧਿਆਪਕ ਨਿਯੁਕਤ ਹੋ ਗਿਆ, ਪਰ ਉਸ ਦੀ ਮੰਜ਼ਿਲ ਹਾਲੇ ਦੂਰ ਸੀ। ਤਨਦੇਹੀ ਨਾਲ ਨੌਕਰੀ ਕਰਦਿਆਂ ਪੜ੍ਹਾਈ ਜਾਰੀ ਰੱਖੀ, ਯਾਨੀ ਕਿ ਅਧਿਆਪਕ ਦੀ ਨੌਕਰੀ ਕਰਦਿਆਂ ਹੋਇਆ ਵੀ ਪੜ੍ਹਾਈ ਜਾਰੀ ਰੱਖੀ। 2005 ਵਿੱਚ ਪਹਿਲੀ ਵਾਰ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦਿੱਤੀ, ਪਰ ਮੁੱਢਲੀ ਪ੍ਰੀਖਿਆ ਵੀ ਪਾਸ ਨਾ ਕਰ ਸਕਿਆ। ਮੁੱਢਲੀ ਪ੍ਰੀਖਿਆ ਹੁੰਦੀ ਹੈ ਪ੍ਰੀਲਿਮਿਨਰੀ ਐਗਜ਼ਾਮ, ਤੇ ਉਹ ਵੀ ਉਹਨਾਂ ਦਾ ਕਲੀਅਰ ਨਹੀਂ ਹੋਇਆ, ਜਿਹੜਾ ਮੇਨਸ ਤੋਂ ਪਹਿਲਾਂ ਹੁੰਦਾ ਹੈ ਪ੍ਰੀਲਿਮਿਨਰੀ ਐਗਜ਼ਾਮ। 2008 ਵਿੱਚ ਫਿਰ ਅਜਿਹਾ ਹੀ ਹੋਇਆ। 2010 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਭੂਗੋਲ ਦੀ ਮਾਸਟਰ ਡਿਗਰੀ ਕੀਤੀ ਅਤੇ ਇਸ ਸਾਲ ਨੈਟ ਦੀ ਪ੍ਰੀਖਿਆ ਪਾਸ ਕਰ ਲਈ। 2009 ਵਿੱਚ ਪੰਜਾਬ ਸਿਵਲ ਸਰਵਿਸਿਜ਼ ਦੇ ਇਮਤਿਹਾਨ ਵਿੱਚ ਬੈਠਿਆ, ਜਿਸ ਦਾ ਨਤੀਜਾ 2012 ਵਿੱਚ ਘੋਸ਼ਿਤ ਹੋਇਆ। ਇਸ ਵਿੱਚ ਯੋਗਰਾਜ ਮਾਮੂਲੀ ਅੰਕਾਂ ਦੇ ਫਰਕ ਨਾਲ ਰਹਿ ਗਿਆ। ਸਿਰੜੀ ਸੁਭਾਅ ਦਾ ਮਾਲਕ ਹੈ ਕਰਮਯੋਗੀ 2013 ਦੀ ਪੰਜਾਬ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਆਖਰੀ ਪੜਾਅ ਵਿੱਚ 0.22 ਦੇ ਫਰਕ ਨਾਲ ਪਿੱਛੇ ਰਹਿ ਗਿਆ, ਪਰ ਹਿੰਮਤ ਨਾ ਹਾਰੀ। ਜਨਵਰੀ 2014 ਵਿੱਚ ਤਰੱਕੀ ਉਪਰੰਤ ਸਰਕਾਰੀ ਹਾਈ ਸਕੂਲ ਬੀਰਮਪੁਰ ਵਿਖੇ ਮੁੱਖ ਅਧਿਆਪਕ ਨਿਯੁਕਤ ਹੋਏ। ਪੂਰੀ ਤਿਆਰੀ ਨਾਲ 2014 ਵਿੱਚ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 1213ਵਾਂ ਰੈਂਕ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਹਰ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਤੇ ਅੰਤ ਵਿੱਚ ਉਹਨਾਂ ਨੇ 2014 ਵਿੱਚ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਵਿੱਚ 1213ਵਾਂ ਰੈਂਕ ਹਾਸਲ ਕੀਤਾ। ਇਸ ਕਾਮਯਾਬੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਯੋਗਰਾਜ ਨੇ ਇਹ ਪ੍ਰੀਖਿਆ ਮਾਂ ਬੋਲੀ ਪੰਜਾਬੀ ਦੇ ਮਾਧਿਅਮ ਰਾਹੀਂ ਪਾਸ ਕੀਤੀ। ਇਸ ਕਾਮਯਾਬੀ ਵੇਲੇ ਯੋਗਰਾਜ ਦੀ ਅੱਖਾਂ ਦੀ ਰੋਸ਼ਨੀ ਸਿਰਫ 25% ਸੀ। ਯੋਗਰਾਜ ਅਨੁਸਾਰ ਗਰੀਬੀ ਅਤੇ ਸਰੀਰਕ ਅਪੰਗਤਾ ਕਾਮਯਾਬੀ ਵਿੱਚ ਕਦੇ ਰੁਕਾਵਟ ਨਹੀਂ ਬਣਦੀਆਂ। ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਹਾਲਾਤ ਨੂੰ ਅਨੁਕੂਲ ਬਣਾਇਆ ਜਾ ਸਕਦਾ ਹੈ। ਯੋਗਰਾਜ ਕਿਤਾਬਾਂ ਵਾਲੇ ਸ਼੍ਰੀ ਪ੍ਰਹਿਲਾਦ ਭਗਤ ਖੰਨਾ ਨੂੰ ਦਿਲੋਂ ਸਤਿਕਾਰਦਾ ਹੈ, ਜਿਨ੍ਹਾਂ ਨੇ ਔਖੇ ਵੇਲਿਆਂ ਵਿੱਚ ਉਧਾਰ ਕਿਤਾਬਾਂ ਦੇਣ ਤੋਂ ਕਦੇ ਮੱਥੇ ਵੱਟ ਨਹੀਂ ਪਾਇਆ। ਮਾਸਟਰ ਤਿਲਕ ਰਾਜ ਧੀਮਾਨ ਵੱਲੋਂ ਦਿੱਤੀ ਹੱਲਾਸ਼ੇਰੀ ਉਸ ਲਈ ਅੱਗੇ ਵਧਣ ਦਾ ਸਬਬ ਬਣੀ। ਸਬਬ ਹੁੰਦਾ ਕਾਰਨ। ਯੋਗਰਾਜ ਦੀ ਮਾਣਮੱਤੀ ਪ੍ਰਾਪਤੀ ਹਾਲਾਤ ਦੀ ਮਾਰ ਚੱਲ ਰਹੇ ਵੱਡੀ ਗਿਣਤੀ ਲੋਕਾਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਤੇ ਦੋਸਤੋ, ਅਸੀਂ ਇਸ ਪਾਠ ਵਿੱਚ ਇਹ ਸਿੱਖਿਆ ਕਿ ਸਰੀਰਕ ਅਪੰਗਤਾ ਅਤੇ ਗਰੀਬੀ ਕਦੇ ਵੀ ਕਾਮਯਾਬੀ ਲਈ ਰੁਕਾਵਟ ਨਹੀਂ ਬਣਦੀ। ਤੇ ਜੇਕਰ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਾਂ ਤਾਂ ਇੱਕ ਦਿਨ ਕਈ ਰੁਕਾਵਟਾਂ ਚੱਲ ਕੇ ਵੀ ਅਸੀਂ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਸਕਦੇ ਹਾਂ। ਤੇ ਦੋਸਤੋ, ਇਹ ਸੀਗੀ ਸ਼੍ਰੀ ਯੋਗਰਾਜ ਦੀ ਜੀਵਨੀ। ਹੁਣ ਅਸੀਂ ਇਸ ਪਾਠ ਦਾ ਅਭਿਆਸ ਹੱਲ ਕਰਾਂਗੇ। ਸਭ ਤੋਂ ਪਹਿਲਾ ਹੈ ਬਹੁਵਿਕਲਪੀ ਪ੍ਰਸ਼ਨ। ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਕਿਹੜੀ ਹੈ? ਇਸ ਵਿੱਚ ਸਾਨੂੰ 3 ਆਪਸ਼ਨਸ ਦਿੱਤੀਆਂ ਗਈਆਂ ਹਨ, ਨਵਾਂਸ਼ਹਿਰ, ਗੜ੍ਹਸ਼ੰਕਰ ਜਾਂ ਬੰਗਾ। ਤੇ ਸਹੀ ਆਪਸ਼ਨ ਹੈ ਗੜ੍ਹਸ਼ੰਕਰ। ਦੂਜਾ ਸਵਾਲ ਹੈ, ਯੋਗਰਾਜ ਦੀ ਮਾਤਾ ਦਾ ਕੀ ਨਾਂ ਸੀ? ਪ੍ਰੀਤੋ, ਜੀਤੋ ਜਾਂ ਗੁਰਮੀਤੋ? ਤੇ ਸਹੀ ਉੱਤਰ ਹੈ ਜੀਤੋ।
ਤੀਜਾ ਸਵਾਲ ਹੈ, ਯੋਗਰਾਜ ਦਾ ਕੱਦ ਕਿਹੋ ਜਿਹਾ ਸੀ? ਲੰਮਾ, ਮਧਰਾ ਜਾਂ ਦਰਮਿਆਨਾ? ਤੇ ਸਹੀ ਉੱਤਰ ਹੈ ਮਧਰਾ। ਅਗਲਾ ਪ੍ਰਸ਼ਨ ਹੈ, ਯੋਗਰਾਜ ਕਿਸ ਵਿਸ਼ੇ ਦੇ ਅਧਿਆਪਕ ਸਨ? ਸਮਾਜਿਕ ਸਿੱਖਿਆ, ਅੰਗਰੇਜ਼ੀ ਜਾਂ ਗਣਿਤ? ਤੇ ਸਹੀ ਉੱਤਰ ਹੈ ਸਮਾਜਿਕ ਸਿੱਖਿਆ। ਅਗਲਾ, ਯੋਗਰਾਜ ਨੇ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਕਿਸ ਮਾਧਿਅਮ ਵਿੱਚ ਪਾਸ ਕੀਤੀ? ਮਾਂ ਬੋਲੀ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ? ਤੇ ਇਸ ਦਾ ਸਹੀ ਉੱਤਰ ਹੈ ਮਾਂ ਬੋਲੀ ਪੰਜਾਬੀ। ਹੁਣ ਅਸੀਂ ਕਰਾਂਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਬੀਦ ਦਾ ਇਲਾਕਾ ਕਿੱਥੇ ਸਥਿਤ ਹੈ? ਬੀਦ ਦਾ ਇਲਾਕਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਛੜਦੇ ਪਾਸੇ 10 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਹੈ। ਅਗਲਾ ਸਵਾਲ ਹੈ, ਯੋਗਰਾਜ ਦਾ ਪਿੰਡ ਕਿਹੜਾ ਹੈ? ਤੇ ਇਸ ਦਾ ਉੱਤਰ ਹੈ ਯੋਗਰਾਜ ਦਾ ਪਿੰਡ ਮਹਿਰਾ ਹੈ। ਅਗਲਾ ਸਵਾਲ ਹੈ, ਯੋਗਰਾਜ ਦਾ ਜਨਮ ਕਦੋਂ ਹੋਇਆ? ਯੋਗਰਾਜ ਦਾ ਜਨਮ 15 ਮਈ 1970 ਵਿੱਚ ਹੋਇਆ। ਕਿਸ ਨੇ ਉਂਗਲੀ ਫੜ ਕੇ ਮੰਜ਼ਿਲ ਵੱਲ ਤੋੜਿਆ? ਸਕੂਲ ਦੇ ਮਾਸਟਰ ਜੋਗਿੰਦਰ ਸਿੰਘ ਨੇ ਉਂਗਲੀ ਫੜ ਕੇ ਮੰਜ਼ਿਲ ਵੱਲ ਤੋਰਿਆ। ਯੋਗਰਾਜ ਪ੍ਰਹਲਾਦ ਭਗਤ ਖੰਨਾ ਦਾ ਸਤਿਕਾਰ ਕਿਉਂ ਕਰਦਾ ਹੈ? ਕਿਉਂਕਿ ਉਹਨਾਂ ਨੇ ਔਖੇ ਵੇਲੇ ਵਿੱਚ ਯੋਗਰਾਜ ਨੂੰ ਕਿਤਾਬਾਂ ਉਧਾਰ ਦਿੱਤੀਆਂ ਸਨ। ਹੁਣ ਅਸੀਂ ਕਰਾਂਗੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਯੋਗਰਾਜ ਦਾ ਜੀਵਨ ਕਿਹੋ ਜਿਹਾ ਸੀ? ਯੋਗਰਾਜ ਦਾ ਜੀਵਨ ਸੰਘਰਸ਼ ਭਰਿਆ ਸੀ। ਉਸਨੇ ਗਰੀਬੀ ਭਰੇ ਜੀਵਨ ਵਿੱਚ ਪਹਾੜ ਜਿੱਡੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕੀਤਾ ਕਿ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਹਰ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਯੋਗਰਾਜ ਦੇ ਮਾਤਾ ਪਿਤਾ ਦਾ ਕੀ ਨਾਂ ਸੀ? ਯੋਗਰਾਜ ਦੇ ਪਿਤਾ ਦਾ ਨਾਂ ਸ਼੍ਰੀ ਸ਼ਰਵਣ ਰਾਮ ਅਤੇ ਮਾਤਾ ਦਾ ਨਾਂ ਸ਼੍ਰੀਮਤੀ ਜੀਤੋ ਸੀ। ਯੋਗਰਾਜ ਛੋਟੀ ਉਮਰ ਵਿੱਚ ਕੀ ਕੰਮ ਕਰਦਾ ਸੀ? ਯੋਗਰਾਜ ਛੋਟੀ ਉਮਰ ਵਿੱਚ ਹੋਰਾਂ ਤੋਂ ਕਿਤਾਬਾਂ ਲੈ ਕੇ ਬਦਲੇ ਵਿੱਚ ਉਹਨਾਂ ਦਾ ਕੰਮ ਕਰਦਾ, ਮੰਜੀ ਦੇ ਪਾਵੇ ਤੇ ਦੀਵਾ ਬਾਲ ਕੇ ਪੜ੍ਹਦਾ, ਨਜ਼ਰ ਘੱਟ ਹੋਣ ਕਰਕੇ ਬਲੈਕਬੋਰਡ ਨਾ ਦਿਖਣ ਤੇ ਹੋਰਾਂ ਦੀ ਕਾਪੀਆਂ ਵਿੱਚੋਂ ਕੰਮ ਕਰਦਾ। ਸੰਤੋਖਗੜ੍ਹ ਵਿਖੇ ਕਿਸ ਕੰਮ ਦਾ ਠੇਕਾ ਲਿਆ? ਸੰਤੋਖਗੜ੍ਹ ਵਿਖੇ ਰਾਹ ਬਣਾਉਣ ਦਾ ਠੇਕਾ ਲਿਆ। ਬਰਸਾਤਾਂ ਸ਼ੁਰੂ ਹੋਣ ਤੇ ਰੂੜੀਆਂ ਦੇ ਢੇਰ ਭਰ ਕੇ ਖੇਤਾਂ ਵਿੱਚ ਸੁੱਟਣ ਦਾ ਠੇਕਾ ਲਿਆ। ਦ੍ਰਿੜ ਵਿਸ਼ਵਾਸ ਨਾਲ ਕਿਹੜੀ ਚੀਜ਼ ਕਦੇ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣਦੀ? ਸਪਸ਼ਟ ਕਰੋ। ਦ੍ਰਿੜ ਵਿਸ਼ਵਾਸ ਨਾਲ ਗਰੀਬੀ, ਅਪੰਗਤਾ ਅਤੇ ਸਹੂਲਤਾਂ ਦਾ ਨਾ ਹੋਣਾ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣਦੀ। ਇਸ ਤੋਂ ਬਾਅਦ ਹੈ ਵਾਕਾਂ ਵਿੱਚ ਵਰਤੋ। ਪਹਿਲਾ ਹੱਲ ਕੀਤਾ ਹੀ ਹੋਇਆ ਸਾਡੀ ਕਿਤਾਬ ਵਿੱਚ। ਔਕੜਾਂ। ਯੋਗਰਾਜ ਨੂੰ ਬਚਪਨ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਹੈ ਸਰਦੇ ਪੁੱਜਦੇ, ਜਿਸ ਦਾ ਅਰਥ ਹੈ ਰਜਿਆ ਪੁੱਜਿਆ। ਯੋਗਰਾਜ ਸਰਦੇਪੁਰ ਦੇ ਬੱਚਿਆਂ ਦੀ ਕਿਤਾਬਾਂ ਲੈ ਕੇ ਪੜ੍ਹਦਾ ਸੀ। ਇਸ ਤੋਂ ਬਾਅਦ ਹੈ ਅਸਾਮੀ। ਸਕੂਲ ਵਿੱਚ ਚੌਕੀਦਾਰ ਦੀ ਅਸਾਮੀ ਖਾਲੀ ਹੈ। ਅਗਲਾ ਹੈ ਸਿਲਸਿਲਾ। ਭਾਰਤ ਦੀ ਜਿੱਤ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਕਾਮਯਾਬੀ। ਮਿਹਨਤ ਕਰਨ ਵਾਲੇ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ। ਸਬਬ। ਮਾਸਟਰ ਦੁਆਰਾ ਦਿੱਤੀ ਗਈ ਹੱਲਾਸ਼ੇਰੀ ਉਸ ਲਈ ਅੱਗੇ ਵਧਣ ਦਾ ਸਬਬ ਬਣੀ। ਹੁਣ ਇਹ ਖਾਲੀ ਥਾਵਾਂ ਭਰੋ। ਸੂਰਜ ਛਿਪਣ ਤੋਂ ਬਾਅਦ ਹਨੇਰਾ ਹੋ ਰਿਹਾ ਸੀ। ਯੋਗਰਾਜ ਦਾ ਜਨਮ ਸ਼੍ਰੀਮਤੀ ਜੀਤੋ ਦੀ ਕੁੱਖੋਂ ਹੋਇਆ। ਬਲੈਕਬੋਰਡ ਤੇ ਲਿਖਿਆ ਸਾਫ਼ ਦਿਖਾਈ ਨਹੀਂ ਸੀ ਦਿੰਦਾ।
ਹਿਮਾਚਲ ਪ੍ਰਦੇਸ਼ ਦੇ ਕਸਬਾ ਸੰਤੋਖਗੜ੍ਹ ਵਿਖੇ ਮਜ਼ਦੂਰੀ ਕੀਤੀ। ਮਜ਼ਦੂਰੀ 15 ਰੁਪਏ ਦਿਹਾੜੀ ਸੀ। ਹੁਣ ਹੈ ਵਚਨ ਬਦਲੋ। ਗਰੀਬ ਗਰੀਬਾਂ, ਰੋਸ਼ਨੀ ਰੋਸ਼ਨੀਆਂ, ਪਹਾੜੇ ਪਹਾੜਿਆਂ, ਅਖਬਾਰ ਅਖਬਾਰਾਂ, ਸਹਿਪਾਠੀ ਸਹਿਪਾਠੀਆਂ। ਇਸ ਤੋਂ ਬਾਅਦ ਹੈ ਲਿੰਗ ਬਦਲੋ। श्रीमान श्रीमती, अध्यापक अध्यापिका, कवि कवित्री, बालक बालिका, बच्चा बच्ची। ਹੁਣ ਹੈ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਭਾਰਤ ਭਾਰਤ, ਇੰਡੀਆ, ਰਾਤ ਰਾਤ, ਨਾਈਟ, ਹਸਪਤਾਲ अस्पताल हॉस्पिटल, ब्लैकबोर्ड ब्लैकबोर्ड ब्लैकबोर्ड, समस्या समस्या प्रॉब्लम, नतीजा परिणाम रिजल्ट। ਤੇ ਦੋਸਤੋ ਇਹ ਸੀਗਾ ਪੰਜਾਬੀ ਜਮਾਤ 8ਵੀਂ ਦੂਜੀ ਭਾਸ਼ਾ ਦਾ 8ਵਾਂ ਪਾਠ ਗੋਦੜੀ ਦਲਾਲ ਜੋਗਰਾਜ। ਮੈਂ ਉਮੀਦ ਕਰਦਾ ਹਾਂ ਕਿ ਆਪ ਸਾਰਿਆਂ ਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੇ ਸਾਡੇ ਨਾਲ ਤੁਸੀਂ ਇਸ ਪਾਠ ਦਾ ਅਭਿਆਸ ਵੀ ਹੱਲ ਕਰ ਲਿਆ ਹੋਣਾ। ਜੇ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰੋ। YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ। ਤੁਹਾਡਾ ਅਗਲਾ ਪਾਠ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।